ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਅਮਰੀਕਾ ਦੇ ਵਿੱਚ ਹਥਿਆਰਾਂ ਦੀ ਸਖਤੀ ਦੇ ਐਲਾਨ ਬਾਅਦ ਵੀ ਚੱਲੀ ਗੋਲੀ। ਇੰਡੀਆਨਾ ਪੁਲਿਸ ਦੇ ਵਿੱਚ ਗੋਲੀਬਾਰੀ ਦੇ ਕਾਰਨ 8 ਜਾਣਿਆਂ ਦੀ ਹੋਈ ਮੌਤ। ਓਨਟਾਰੀਓ ਦੇ ਕੋਰੋਨਾ ਬਾਰੇ ਵਿਗੜੇ ਹਾਲਾਤ, ਫੋਰਡ ਨੇ ਬਾਕੀ ਸੂਬਿਆਂ ਤੋਂ ਮੰਗੀ ਮਦਦ। ਨਾਲ ਹੀ ਓਨਟਾਰੀਓ ਦੇ ਵਿੱਚ ਲੱਗੀਆਂ ਹੋਰ ਪਾਬੰਦੀਆਂ। ਟਰੂਡੋ ਨੂੰ ਕੋਰੋਨਾ ਵਾਇਰਸ ਦੀ ਵਧੀ ਚਿੰਤਾ, ਓਨਟਾਰੀਓ ਦੇ ਹਾਲਾਤਾਂ ਦੇ ਉੱਪਰ ਪ੍ਰਗਟਾਈ ਚਿੰਤਾ। ਟੈਕਸ ਭਰਨ ਦੀ ਆਖਰੀ ਤਰੀਕ ਵਧਾਏ ਜਾਣ ਦੀ ਉਮੀਦ, ਵਿਰੋਧੀ ਕਰ ਰਹੇ ਇਸ ਬਾਰੇ ਸਰਕਾਰ ਤੋਂ ਮੰਗ। ਕੈਨੇਡਾ ਆਉਣ ਵਾਲੇ 200 ਯਾਤਰੀਆਂ ਨੂੰ ਲੱਗਾ ਜੁਰਮਾਨਾ, ਹੋਟਲ ਕੁਆਰੰਟੀਨ ਤੋਂ ਮਨਾ ਕਰਨ ਤੇ ਲੱਗਾ ਜੁਰਮਾਨਾ। ਸਰੀ ਦੇ ਵਿੱਚ ਵਿਸਾਖੀ ਦੇ ਲਈ ਹਦਾਇਤਾਂ ਜਾਰੀ, ਜਾਣੋ ਕੀ ਹੋਣਗੇ ਇਸ ਵਾਸਤੇ ਨਿਯਮ। ਅਮਰੀਕਾ ਤੋਂ ਲਗਾਤਾਰ ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਰਹੇ ਸਨ, ਜਿਸ ਨੂੰ ਦੇਖਦਿਆਂ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਹਥਿਆਰਾਂ ਦੇ ਨਾਲ ਸੰਬੰਧੀ ਸਖਤੀਆਂ ਦਾ ਐਲਾਨ ਕੀਤਾ ਗਿਆ ਸੀ। ਪਰ ਇਹ ਗੋਲੀਬਾਰੀ ਦੇ ਮਾਮਲੇ ਅਜੇ ਵੀ ਰੁਕੇ ਨਹੀਂ, ਕਿਉਂਕਿ ਤਾਜ਼ਾ ਮਾਮਲਾ ਇੰਡੀਆਨਾ ਪੁਲਿਸ ਤੋਂ ਸਾਹਮਣੇ ਆਇਆ, ਜਿੱਥੇ 8 ਜਾਣਿਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹਨਾਂ ਦੇ ਵਿੱਚ 4 ਜਾਣੇ ਪੰਜਾਬੀ ਸਨ, ਜਿਨ੍ਹਾਂ ਦੀ ਜਾਨ ਚਲੀ ਗਈ ਹੈ। ਨਾਲ ਹੀ ਜੋ ਇਸ ਦੌਰਾਨ ਹਮਲਾਵਰ ਸੀ, ਉਸ ਵੱਲੋਂ ਆਪਣੀ ਜੋ ਜ਼ਿੰਦਗੀ ਹੈ ਉਹ ਵੀ ਖਤਮ ਕੀਤੀ ਗਈ। ਹਾਲ ਹੀ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਹਥਿਆਰਾਂ ਦੇ ਉੱਪਰ ਸਖਤੀ ਨੂੰ ਲੈ ਕੇ ਐਲਾਨ ਕੀਤਾ ਗਿਆ। ਇੱਕ ਕਦਮ ਅਮਰੀਕਾ ਦੇ ਵਿੱਚ ਜੋ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ, ਉਸ ਤੋਂ ਬਾਅਦ ਚੁੱਕਿਆ ਗਿਆ। ਪਰ ਅਜੇ ਵੀ ਇਹ ਘਟਨਾਵਾਂ ਰੁਕੀਆਂ ਨਹੀਂ, ਕਿਉਂਕਿ ਤਾਜ਼ਾ ਮਾਮਲਾ ਇੰਡੀਆਨਾ ਪੁਲਿਸ ਤੋਂ ਸਾਹਮਣੇ ਆਇਆ, ਜਿੱਥੇ ਇੰਡੀਆਨਾ ਪੁਲਿਸ ਦੇ ਵਿੱਚ ਫਾਇਰਿੰਗ ਹੋਈ ਹੈ, ਜਿਸ ਦੇ ਕਾਰਨ 9 ਲੋਕਾਂ ਦੀ ਜਾਨ ਚਲੀ ਗਈ। ਤੇ ਇਸ ਮਾਮਲੇ ਦੇ ਵਿੱਚ ਜਿਹੜਾ ਹਮਲਾਵਰ ਸੀ, ਉਸਨੇ ਵੀ ਆਪਣੀ ਖੁਦ ਦੀ ਜਾਨ ਲੈ ਲਈ। ਇਸ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਇੰਡੀਆਨਾ ਪੁਲਿਸ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਵੱਲੋਂ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਆਫੀਸਰਸ ਮੌਕੇ ਦੇ ਉੱਪਰ ਪਹੁੰਚੇ ਤਾਂ ਉੱਥੇ ਸ਼ੂਟਰ ਦੇ ਨਾਲ ਉਹਨਾਂ ਦਾ ਸਾਹਮਣਾ ਹੋਇਆ। ਇਸ ਮਾਮਲੇ ਦੇ ਵਿੱਚ ਹੁਣ ਤੱਕ ਜਿਹੜੀ ਜਾਂਚ ਹੋਈ ਹੈ, ਉਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਹਮਲਾਵਰ ਨੇ ਖੁਦ ਦੀ ਵੀ ਜਾਨ ਲੈ ਲਈ। ਅਮਰੀਕਾ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਸਮੇਂ-ਸਮੇਂ ਦੇ ਉੱਪਰ ਸਾਹਮਣੇ ਆਈਆਂ ਨੇ, ਜਿਸ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਵੀ ਚਿੰਤਾ ਦਾ ਪ੍ਰਗਟਾਵਾ ਕਰਦੇ ਰਹੇ ਨੇ। ਇਸੇ ਨੂੰ ਹੀ ਧਿਆਨ ਵਿੱਚ ਰੱਖਦਿਆਂ ਉਹਨਾਂ ਨੇ ਪਿਛਲੇ ਦਿਨੀ ਹਥਿਆਰਾਂ ਦੇ ਨਾਲ ਸੰਬੰਧਿਤ ਸਖਤੀਆਂ ਦਾ ਵੀ ਐਲਾਨ ਕੀਤਾ ਸੀ। ਓਨਟਾਰੀਓ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ ਵਿਗੜਦੇ ਜਾ ਰਹੇ ਨੇ, ਕਿਉਂਕਿ ਰੋਜ਼ਾਨਾ 4000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੀਮੀਅਰ ਡਗ ਫੋਰਡ ਵੱਲੋਂ ਅੱਜ ਹੋਰ ਵੀ ਸਖਤੀਆਂ ਦਾ ਐਲਾਨ ਕਰ ਦਿੱਤਾ ਗਿਆ। ਨਵੀਆਂ ਸਖਤੀਆਂ ਦੇ ਤਹਿਤ ਸਟੇ ਐਟ ਹੋਮ ਅਤੇ ਜੋ ਸਟੇਟ ਆਫ ਐਮਰਜੈਂਸੀ ਲਗਾਈ ਗਈ, ਉਸ ਨੂੰ ਵੀ ਅੱਗੇ ਵਧਾਇਆ ਗਿਆ। ਨਾਲ ਹੀ ਇਹਨਾਂ ਪਾਬੰਦੀਆਂ ਦੇ ਵਿੱਚ ਬਾਰਡਰ ਦੇ ਉੱਪਰ ਸਖਤੀਆਂ, ਪੁਲਿਸ ਪ੍ਰਸ਼ਾਸਨ ਨੂੰ ਜ਼ਿਆਦਾ ਸ਼ਕਤੀਆਂ ਦੇਣਾ ਅਤੇ ਇਕੱਠ ਦੇ ਉੱਪਰ ਰੋਕ ਲਗਾਉਣਾ ਸ਼ਾਮਿਲ ਕੀਤਾ ਗਿਆ ਹੈ। ਨਾਲ ਹੀ ਦੱਸ ਦਈਏ ਕਿ ਜੋ ਇੱਥੇ ਹਾਲਾਤ ਬਣੇ ਹੋਏ ਨੇ, ਪ੍ਰੀਮੀਅਰ ਡਗ ਫੋਰਡ ਵੱਲੋਂ ਬਾਕੀ ਸੂਬਿਆਂ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਕਿ ਨਰਸ ਉਹਨਾਂ ਨੂੰ ਭੇਜੇ ਜਾਣ। ਇਸ ਖਬਰ ਦੇ ਵਿੱਚ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ, ਜਾਣੀ ਕਿ ਕੀ ਹੈ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ। ਓਨਟਾਰੀਓ ਦੇ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਫਿਰ ਤੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਓਨਟਾਰੀਓ ਦੇ ਵਿੱਚ ਪਹਿਲਾਂ ਹੀ ਸਖਤੀਆਂ ਕੀਤੀਆਂ ਗਈਆਂ ਸੀ, ਪਰ ਹੁਣ ਜੋ 4000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ, ਉਸ ਤੋਂ ਬਾਅਦ ਹੋਰ ਵੀ ਕਈ ਰਿਸਟ੍ਰਿਕਸ਼ਨਸ ਐਲਾਨੀਆਂ ਗਈਆਂ, ਜਿਸ ਦੇ ਵਿੱਚ ਪੁਲਿਸ ਪਾਵਰ ਨੂੰ ਵਧਾਉਣਾ ਅਤੇ ਗੈਦਰਿੰਗਸ ਜਾਣੀ ਕਿ ਇਕੱਠ ਦੇ ਉੱਪਰ ਰੋਕ ਲਗਾਉਣਾ ਸ਼ਾਮਿਲ ਹੈ। ਹੁਣ ਇੱਥੇ ਪੁਲਿਸ ਪਾਵਰਸ ਨੂੰ ਵਧਾਇਆ ਜਾ ਰਿਹਾ ਹੈ। ਨਾਲ ਹੀ ਪ੍ਰੋਵਿੰਸ਼ੀਅਲ ਬਾਰਡਰ ਚੈੱਕ ਪੁਆਇੰਟਸ ਅਤੇ ਆਊਟਡੋਰ ਗੈਦਰਿੰਗ ਦੇ ਉੱਪਰ ਪਾਬੰਦੀ ਵੀ ਇਹਨਾਂ ਨਵੀਆਂ ਪਾਬੰਦੀਆਂ ਦੇ ਵਿੱਚ ਸ਼ਾਮਿਲ ਕੀਤਾ ਗਿਆ। ਦੱਸ ਦਈਏ ਕਿ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਇਸ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਟੇਟ ਆਫ ਐਮਰਜੈਂਸੀ ਅਤੇ ਸਟੇ ਐਟ ਹੋਮ ਨੂੰ ਵੀ ਅੱਗੇ ਵਧਾਇਆ ਜਾ ਰਿਹਾ ਹੈ। ਬਾਰਡਰ ਚੈੱਕ ਪੁਆਇੰਟਸ ਦੀ ਸ਼ੁਰੂਆਤ ਸੋਮਵਾਰ ਤੋਂ ਕੀਤੀ ਜਾ ਰਹੀ ਹੈ, ਜਿੱਥੇ ਹੁਣ ਆਫੀਸਰਸ ਨੂੰ ਹੱਕ ਦਿੱਤੇ ਜਾ ਰਹੇ ਨੇ ਕਿ ਉਹ ਲੋਕਾਂ ਨੂੰ ਪੁੱਛ ਸਕਦੇ ਨੇ ਕਿ ਉਹ ਕਿੱਥੇ ਰਹਿ ਰਹੇ ਨੇ ਤੇ ਉਹ ਇੱਥੇ ਜਾਣੀ ਕਿ ਓਨਟਾਰੀਓ ਦੇ ਵਿੱਚ ਕਿਉਂ ਘੁੰਮ ਰਹੇ ਹਨ। ਜੇਕਰ ਕੋਈ ਵੀ ਇਸ ਦਾ ਜਵਾਬ ਦੇਣ ਤੋਂ ਮਨਾ ਕਰੇਗਾ ਤਾਂ ਉਸ ਨੂੰ $750 ਦੀ ਟਿਕਟ ਜਾਰੀ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਓਨਟਾਰੀਓ ਸਰਕਾਰ ਵੱਲੋਂ ਬਾਕੀ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਕਿਹਾ ਜਾ ਰਿਹਾ ਹੈ ਕਿ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਕਰਕੇ ਉਹਨਾਂ ਨੂੰ ਨਰਸਿਸ ਭੇਜੀਆਂ ਜਾਣ। ਇਸ ਦੇ ਨਾਲ ਹੀ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਇੱਕ ਵੱਡਾ ਸਵਾਲ ਹੈ, ਉਸ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦਰਅਸਲ ਕਈ ਲੋਕ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਸਨ ਕਿ ਜਿਹੜੀ ਕੋਵਿਡ-19 ਵੈਕਸੀਨ ਹੁਣ ਲਗਾਈ ਜਾ ਰਹੀ ਹੈ, ਕੀ 2 ਡੋਜ਼ ਲਗਾਉਣ ਤੋਂ ਬਾਅਦ ਦੁਬਾਰਾ ਇਸ ਨੂੰ ਲਗਾਇਆ ਜਾਵੇਗਾ ਜਾਂ ਫਿਰ ਨਹੀਂ।
ਇਸ ਦੇ ਬਾਰੇ ਵਿੱਚ ਫਾਈਜ਼ਰ ਦੇ CEO ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ 12 ਮਹੀਨਿਆਂ ਬਾਅਦ ਕੋਵਿਡ-19 ਵੈਕਸੀਨ ਦਾ ਤੀਸਰਾ ਡੋਜ਼ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਆਏ ਉਸ ਦੀ ਗੱਲ ਕੀਤੀ ਜਾਵੇ ਤਾਂ ਕਿਬੈਕ ਤੋਂ 24 ਘੰਟਿਆਂ ਦੌਰਾਨ 1527 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 7 ਲੋਕਾਂ ਦੀ ਇਸ ਵਾਇਰਸ ਦੇ ਕਰਕੇ ਜਾਨ ਚਲੀ ਗਈ। ਹੁਣ ਤੱਕ ਇੱਥੇ 3,34,071 ਦੇ ਕਰੀਬ ਲੋਕ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਨੇ। ਹੁਣ ਤੱਕ 10,785 ਮੌਤਾਂ ਹੋ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 664 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 167 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 127 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ ਨਾਲ ਹੀ ਅਧਿਕਾਰੀਆਂ ਵੱਲੋਂ ਇਹ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਬੰਦੀਆਂ ਐਲਾਨੀਆਂ ਜਾ ਸਕਦੀਆਂ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 1.1 ਮਿਲੀਅਨ ਦੇ ਕਰੀਬ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। 23,535 ਦੇ ਕਰੀਬ ਲੋਕਾਂ ਦੀ ਕਰੋਨਾ ਵਾਇਰਸ ਦੇ ਕਰਕੇ ਜਾਨ ਜਾ ਚੁੱਕੀ ਹੈ। ਉਧਰ 9,95,000 ਦੇ ਕਰੀਬ ਉਹ ਲੋਕ ਹਨ ਜਿਨ੍ਹਾਂ ਵੱਲੋਂ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ, ਜਾਣੀ ਕਿ ਕੋਵਿਡ-19 ਦੇ ਕੈਨੇਡਾ ਦੇ ਵਿੱਚ ਰਿਕਵਰਡ ਮਾਮਲੇ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕਰੋਨਾ ਵਾਇਰਸ ਦੇ ਹਾਲਾਤਾਂ ਦੇ ਨਾਲ ਜਾਣੂ ਕਰਵਾਇਆ ਗਿਆ, ਜਿੱਥੇ ਉਹਨਾਂ ਨੇ ਖਾਸ ਤੌਰ ਦੇ ਉੱਪਰ ਟੋਰਾਂਟੋ ਦਾ ਜ਼ਿਕਰ ਕੀਤਾ ਕਿ ਇੱਥੇ ਕਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਨੇ, ਨਾਲ ਹੀ ਕਿਸ ਤਰ੍ਹਾਂ ਦੀ ਰਾਹਤ ਪ੍ਰਦਾਨ ਕਰਵਾਈ ਜਾ ਰਹੀ ਹੈ ਟੋਰਾਂਟੋ ਦੇ ਵਿੱਚ, ਇਹ ਵੀ ਉਹਨਾਂ ਵੱਲੋਂ ਐਲਾਨ ਕੀਤਾ ਗਿਆ। ਸੋ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕੀਤੇ ਗਏ ਐਲਾਨਾਂ ਦੇ ਬਾਰੇ ਵਿੱਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਤਮਾਮ ਕੈਨੇਡਾ ਵਾਸੀਆਂ ਨੂੰ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਹਾਲਾਤਾਂ ਦੇ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਉਹਨਾਂ ਨੇ ਉਚੇਚੇ ਤੌਰ ਦੇ ਉੱਪਰ ਟੋਰਾਂਟੋ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਇੱਥੇ ਕਰੋਨਾ ਦੇ ਮਾਮਲੇ ਵਧਦੇ ਹੀ ਜਾ ਰਹੇ ਨੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਟੋਰਾਂਟੋ ਦੇ ਵਿੱਚ ਰੈੱਡ ਕਰਾਸ ਟੀਮਾਂ ਨੂੰ ਭੇਜਿਆ ਜਾ ਰਿਹਾ ਹੈ ਤੇ ਨਾਲ ਹੀ ਮੋਬਾਈਲ ਵੈਕਸੀਨੇਸ਼ਨ ਕਲੀਨਿਕ ਵੀ ਇੱਥੇ ਸਥਾਪਿਤ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਹਸਪੀਟਲਸ ਦੇ ਵਿੱਚ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਹੈਲਪ ਜਾਣੀ ਕਿ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਹੈ ਕਿ ਇਸ ਸਮੇਂ ਕੈਨੇਡਾ ਕਾਫੀ ਜ਼ਿਆਦਾ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ, ਕਿਉਂਕਿ ਇੱਥੇ ਕਰੋਨਾ ਵੇਰੀਐਂਟ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਨੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕਿਹਾ ਗਿਆ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ, ਸੁਰੱਖਿਅਤ ਰਹਿਣ। ਇਸ ਦੇ ਨਾਲ ਹੀ ਕਰੋਨਾ ਵਾਇਰਸ ਦੇ ਚੱਲਦਿਆਂ ਜਿਹੜੇ ਨਿਯਮ ਲਾਗੂ ਕੀਤੇ ਗਏ ਉਹਨਾਂ ਦੀ ਪਾਲਣਾ ਕੀਤੀ ਜਾਵੇ। ਹੋਰ ਪ੍ਰਧਾਨ ਮੰਤਰੀ ਵੱਲੋਂ ਕੀ ਵਿਚਾਰ ਸਾਂਝੇ ਕੀਤੇ ਗਏ, ਆਓ ਤੁਹਾਨੂੰ ਸੁਣਾਉਂਦੇ ਹਾਂ। Canada continues to face an incredibly serious situation with this third wave. Cases are rising rapidly. In many cases, in many places, numbers are higher than they've ever been before, and far too many hospitals are stretched way too thin. In Toronto in particular, numbers are breaking record after record, and ICU hospital beds are filling up. There's no doubt that Canada's largest city is struggling under the weight of this third wave, so we're going to do whatever it takes to help. On vaccination in particular, Ontario has reached out for more support. I can tell you today that we are standing by to deploy the Canadian Red Cross to help with their mobile vaccination teams. This is about getting doses to people where the situation is most serious. And we'll also continue to help on a whole range of other fronts too. Discussions are ongoing about extra healthcare providers, and we are ready to step up. We've also already deployed mobile health units that set up more hospital beds in Toronto and Hamilton. For Ontario, we've shipped out more healthcare equipment like oxygen units and drugs to treat COVID-19. We have approved a request to have the Canadian Red Cross deployed in up to 27 long-term care homes as needed. We're supporting safe isolation sites everywhere from Toronto to Peel to Thunder Bay. And we have deployed 300 contact tracers doing thousands of calls a day for Ontario, and lab support, which has already processed over 15,000 samples so far. Yesterday, I spoke with Mayor Crombie of Mississauga, Mayor Tory of Toronto, and Mayor Brown of Brampton. We talked about what's going on in the GTA and what that means for hospitals, schools, and small businesses. We also talked about the fact that this is a moment when we all have to work together to flatten the curve while getting vaccines into arms as quickly as possible. Earlier this morning, I also spoke with Mayor Scarpitti of Markham. I told him what I told the other mayors last night.
Our government is here to help. And that's true for every community in Canada. No matter where you live, know that we have your back. We're supporting COVID-19 testing for people in BC, Alberta, and Manitoba through mobile labs that can reach more patients. We're providing help on isolation sites in places like Nova Scotia and Saskatchewan to stop cases spreading. And across the country, we've stepped up with money for school safety, shipped out PPE, and of course, delivered vaccines. The frontline workers, people working in hospitals, those they're caring for, and their families know that we have your backs, even as you have ours. You've been heroes throughout this pandemic, stepping forward to help all Canadians. We recognize that. We continue to be there for you. You don't have to face this alone. We will support you and your families as you keep us all safe. Thank you for what you're doing. And to all Canadians, I know you're exhausted. I know you're all sick and tired of COVID-19. I know nobody wants to be in this third wave. Nobody wants to be facing further restrictions. We just want to be done with this. But we know how to do what we need to do. We need to follow the public health rules. We need to hang in there and hunker down for a number of more weeks. Nobody wants to do this. I got in an argument with my 13-year-old this morning who doesn't want to do this. Nobody wants to do this. But we know that if we hang in there, hunker down, and follow the rules for the coming weeks, as much as we're tired of them, as much as we're frustrated, we have a chance of getting to the summer in much better shape. This is a moment for us to dig deep at what is hopefully the very late stages of this pandemic for us all and make it through. It's time to show our neighbors and our loved ones what we're all made of as we keep people safe. ਵਿਰੋਧੀ ਪਾਰਟੀਆਂ ਵੱਲੋਂ ਲਿਬਰਲਸ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਟੈਕਸ ਭਰਨ ਦੀ ਡੈਡਲਾਈਨ ਜਾਣੀ ਕਿ ਤਾਰੀਖ ਨੂੰ ਅੱਗੇ ਵਧਾਇਆ ਜਾਵੇ। ਦੱਸ ਦਈਏ ਕਿ ਪਿਛਲੇ ਸਾਲ ਵੀ ਕੋਰੋਨਾ ਵਾਇਰਸ ਦੇ ਚੱਲਦਿਆਂ ਇਹ ਤਾਰੀਖ ਅੱਗੇ ਵਧਾਈ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਟੈਕਸ ਭਰਨ ਦੀ ਆਖਰੀ ਤਾਰੀਖ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਫੈਡਰਲ ਸਰਕਾਰ ਡੈਡਲਾਈਨ ਅੱਗੇ ਪਾਉਣ ਦੇ ਲਈ ਕਾਫੀ ਪ੍ਰੈਸ਼ਰ ਦੇ ਹੇਠਾਂ ਨਜ਼ਰ ਆ ਰਹੀ ਹੈ। ਆਪੋਜੀਸ਼ਨ ਕੰਜ਼ਰਵੇਟਿਵਸ ਦੇ ਵੱਲੋਂ ਲਿਬਰਲਸ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਜੂਨ ਆਖਿਰ ਤੱਕ ਟੈਕਸ ਦੇ ਮਾਮਲੇ ਦੇ ਵਿੱਚ ਰਾਹਤ ਦਿੱਤੀ ਜਾਵੇ। ਦੱਸੀਏ ਕਿ ਕਿਊਬੈਕ ਨੇ ਇਸ ਦੇ ਨਾਲ ਸੰਬੰਧਿਤ ਐਲਾਨ ਕੀਤਾ ਹੈ ਕਿ ਉਹਨਾਂ ਵੱਲੋਂ ਟੈਕਸ ਭਰਨ ਦੀ ਆਖਰੀ ਤਾਰੀਖ ਮਈ ਆਖਿਰ ਤੱਕ ਪਾਈ ਜਾ ਰਹੀ ਹੈ। ਕੁਐਸਚਨ ਪੀਰੀਅਡ ਦੇ ਦੌਰਾਨ ਬੋਲਦਿਆਂ ਰੈਵਨਿਊ ਮੰਤਰੀ ਦੇ ਪਾਰਲੀਮੈਂਟਰੀ ਸੈਕਟਰੀ ਨੇ ਕਿਹਾ ਕਿ ਕੈਨੇਡਾ ਸਰਕਾਰ ਸਮਝਦੀ ਹੈ ਕਿ ਟੈਕਸ ਭਰਨ ਦਾ ਸਮਾਂ ਕਾਫੀ ਜ਼ਿਆਦਾ ਸਟ੍ਰੈਸਫੁਲ ਹੁੰਦਾ ਹੈ। ਉਹਨਾਂ ਨਾਲ ਹੀ ਅਪੀਲ ਕੀਤੀ ਕਿ ਕੈਨੇਡੀਅਨ ਸਮੇਂ ਸਿਰ ਆਪਣੀ ਰਿਟਰਨ ਫਾਈਲ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲਿਬਰਲਸ ਵੱਲੋਂ ਟੈਕਸ ਫਾਈਲਿੰਗ ਡੈਡਲਾਈਨ ਨੂੰ ਅੱਗੇ ਵਧਾਇਆ ਗਿਆ ਸੀ, ਜਾਣੀ ਕਿ ਤਾਰੀਖ ਦੇ ਵਿੱਚ ਵਾਧਾ ਕੀਤਾ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਜੋ ਹਾਲਾਤ ਨੇ ਉਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਮੰਗ ਕੀਤੀ ਜਾ ਰਹੀ ਹੈ ਕਿ ਟੈਕਸ ਭਰਨ ਦੀ ਡੈਡਲਾਈਨ ਨੂੰ ਅੱਗੇ ਵਧਾਇਆ ਜਾਵੇ, ਜਿਸ ਦੇ ਵਾਸਤੇ ਲਿਬਰਲ ਸਰਕਾਰ ਨੂੰ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਵੱਲੋਂ ਇੱਕ ਨਿਯਮ ਲਾਗੂ ਕੀਤਾ ਗਿਆ ਕਿ ਆਉਣ ਵਾਲੇ ਹਰ ਇੰਟਰਨੈਸ਼ਨਲ ਟਰੈਵਲਰ ਨੂੰ ਆਪਣੇ ਖਰਚੇ ਦੇ ਉੱਪਰ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪਵੇਗਾ। ਪਰ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਨੇਡਾ ਆਉਣ ਵਾਲੇ 200 ਯਾਤਰੀ ਅਜਿਹੇ ਸਨ ਜਿਨ੍ਹਾਂ ਨੇ ਹੋਟਲ ਦੇ ਵਿੱਚ ਕੁਆਰੰਟਾਈਨ ਕਰਨ ਤੋਂ ਮਨਾ ਕਰ ਦਿੱਤਾ। ਇਸ ਦੇ ਕਰਕੇ ਉਹਨਾਂ ਨੂੰ ਜੁਰਮਾਨਾ ਲਗਾਇਆ ਗਿਆ। ਕੈਨੇਡਾ ਆਉਣ ਵਾਲੇ 200 ਟਰੈਵਲਰਸ ਨੇ ਹੋਟਲ ਦੇ ਵਿੱਚ ਕੁਆਰੰਟਾਈਨ ਕਰਨ ਤੋਂ ਮਨਾ ਕੀਤਾ, ਜਿਸ ਦੇ ਚੱਲਦਿਆਂ ਉਹਨਾਂ ਨੂੰ ਜੁਰਮਾਨਾ ਲਗਾਇਆ ਗਿਆ। ਜੀ ਹਾਂ, ਇਸ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਮਾਰਚ 30 ਤੱਕ 219 ਟਿਕਟਾਂ ਉਹਨਾਂ ਨੂੰ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵੱਲੋਂ ਹੋਟਲ ਦੇ ਵਿੱਚ ਕੁਆਰੰਟਾਈਨ ਕਰਨ ਤੋਂ ਮਨਾ ਕਰ ਦਿੱਤਾ ਗਿਆ। ਦੱਸ ਦਈਏ ਕਿ ਫਰਵਰੀ 22 ਤੋਂ ਹੀ ਕੈਨੇਡਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਇੱਕ ਕਦਮ ਚੁੱਕਿਆ, ਐਲਾਨ ਕੀਤਾ ਕਿ ਹੁਣ ਕੈਨੇਡਾ ਆਉਣ ਵਾਲੇ ਹਰ ਇੰਟਰਨੈਸ਼ਨਲ ਟਰੈਵਲਰ ਨੂੰ 3 ਦਿਨਾਂ ਦੇ ਵਾਸਤੇ ਹੋਟਲ ਦੇ ਵਿੱਚ ਆਪਣੇ ਖਰਚੇ ਦੇ ਉੱਪਰ ਕੁਆਰੰਟਾਈਨ ਕਰਨਾ ਪਵੇਗਾ। ਇਸ ਦੇ ਵਾਸਤੇ ਉਹਨਾਂ ਦਾ $2000 ਤੱਕ ਦਾ ਜੁਰਮਾਨਾ ਆਵੇਗਾ।
ਦੱਸ ਦਈਏ ਕਿ ਕੈਨੇਡਾ ਪਹੁੰਚਣ ਦੇ ਉੱਪਰ ਹੀ ਕਰੋਨਾ ਟੈਸਟ ਕੀਤਾ ਜਾਂਦਾ ਹੈ। ਜੇਕਰ ਉਸ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਤੁਸੀਂ ਬਾਕੀ ਦਿਨ ਘਰ ਦੇ ਵਿੱਚ ਕੁਆਰੰਟੀਨ ਕਰ ਸਕਦੇ ਹੋ, ਪਰ 3 ਦਿਨ ਹੋਟਲ ਦੇ ਵਿੱਚ ਕੁਆਰੰਟੀਨ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਜੇਕਰ ਪੋਜ਼ਿਟਿਵ ਰਿਪੋਰਟ ਆਉਂਦੀ ਹੈ ਤਾਂ ਸਰਕਾਰੀ ਜਗ੍ਹਾ ਦੇ ਉੱਪਰ ਇਕਾਂਤਵਾਸ ਕਰਨਾ ਪੈਂਦਾ ਹੈ। ਇਸ ਹੋਟਲ ਕੁਆਰੰਟੀਨ ਦੇ ਬਾਰੇ ਵਿੱਚ ਵੀ ਸਮੇਂ-ਸਮੇਂ ਦੇ ਉੱਪਰ ਲੋਕਾਂ ਵੱਲੋਂ ਜਿਹੜੇ ਇੰਟਰਨੈਸ਼ਨਲ ਟਰੈਵਲਰ ਕੈਨੇਡਾ ਆਏ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਅਤੇ ਇਸ ਦੇ ਨਾਲ ਸੰਬੰਧਿਤ ਕਈ ਸ਼ਿਕਾਇਤਾਂ ਵੀ ਕਰਦੇ ਨਜ਼ਰ ਆਏ ਨੇ। ਪਰ ਫੈਡਰਲ ਸਰਕਾਰ ਵੱਲੋਂ ਜੋ ਕਦਮ ਚੁੱਕਿਆ ਗਿਆ, ਜੇਕਰ ਕੋਈ ਮੰਨਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਂਦਾ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਲੰਘਣ ਕਰਨ ਦੇ ਵਾਸਤੇ ਜਾਣੀ ਕਿ ਹੋਟਲ ਕੁਆਰੰਟੀਨ ਕਰਨ ਤੋਂ ਮਨਾ ਕਰਨ ਤੋਂ ਬਾਅਦ $3000 ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਸਰੀ ਦੇ ਵਿੱਚ ਵੀਕਐਂਡ ਮੌਕੇ ਦੇ ਉੱਪਰ ਵਿਸਾਖੀ ਦਾ ਤਿਉਹਾਰ ਮਨਾਇਆ ਜਾਣਾ ਹੈ ਤੇ ਨਾਲ ਹੀ ਕਿਸਾਨ ਪ੍ਰੋਟੈਸਟ ਵੀ ਹੋਵੇਗਾ। ਇਸ ਨੂੰ ਲੈ ਕੇ ਸਰੀ ਮਾਊਂਟੀਜ਼ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ, ਜਿਸ ਦੌਰਾਨ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਵਿਸਾਖੀ ਦਾ ਸਮਾਗਮ ਛੋਟੇ ਪੱਧਰ ਤੇ ਕਰਵਾਇਆ ਜਾ ਸਕਦਾ ਹੈ, ਕਿਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ, ਦੱਸਾਂਗੇ ਇਸ ਖਬਰ ਦੇ ਵਿੱਚ। ਸਰੀ ਦੇ ਵਿੱਚ ਵਿਸਾਖੀ ਅਤੇ ਕਿਸਾਨ ਪ੍ਰਦਰਸ਼ਨ ਦੇ ਬਾਰੇ ਵਿੱਚ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ। ਜੀ ਹਾਂ, ਇਸ ਹਫ਼ਤੇ ਸਰੀ ਦੇ ਵਿੱਚ ਹੋਣ ਵਾਲੇ ਵਿਸਾਖੀ ਸਮਾਗਮਾਂ ਅਤੇ ਕਿਸਾਨ ਪ੍ਰੋਟੈਸਟ ਦੇ ਵਾਸਤੇ ਸਰੀ ਮਾਊਂਟੀਜ਼ ਨੇ ਅਪੀਲ ਕੀਤੀ ਹੈ ਕਿ ਕੋਵਿਡ-19 ਹੈਲਥ ਆਰਡਰਸ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਤੇ ਉਹਨਾਂ ਕਿਹਾ ਕਿ ਕਮਿਊਨਿਟੀ ਦੇ ਵਾਸਤੇ ਇਹ ਕਾਫੀ ਚੁਣੌਤੀ ਭਰਿਆ ਸਮਾਂ ਹੈ। ਇਸ ਕਰਕੇ ਵੱਡੇ ਪੱਧਰ ਤੇ ਹੋਣ ਵਾਲੇ ਵਿਸਾਖੀ ਦੇ ਸਮਾਗਮ ਅਤੇ ਵਿਸਾਖੀ ਪਰੇਡ ਨੂੰ ਵੀ ਰੱਦ ਕੀਤਾ ਗਿਆ, ਕਿਉਂਕਿ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਨੇ। ਇਸ ਤੋਂ ਬਾਅਦ ਹੁਣ ਵਿਸਾਖੀ ਦੇ ਛੋਟੇ ਸਮਾਗਮ ਵੀਕਐਂਡ ਦੇ ਮੌਕੇ ਦੇ ਉੱਪਰ ਕੀਤੇ ਜਾਣੇ ਹੈ। ਇਸ ਦੇ ਨਾਲ ਹੀ ਸਰੀ RCMP ਨੇ ਕਿਹਾ ਹੈ ਕਿ ਸਾਨੂੰ ਹੋਣ ਵਾਲੀਆਂ ਕਿਸਾਨ ਰੈਲੀਆਂ ਅਤੇ ਵਿਸਾਖੀ ਦੇ ਬਾਰੇ ਵਿੱਚ ਜਾਣਕਾਰੀ ਹੈ। ਇਸ ਵਾਸਤੇ ਉਹ ਅਪੀਲ ਕਰਦੇ ਹਨ ਕਿ ਸਿਰਫ 10 ਜਣਿਆਂ ਦਾ ਹੀ ਇਕੱਠ ਕੀਤਾ ਜਾਵੇ। ਇਸ ਦੇ ਵਾਸਤੇ ਉਹਨਾਂ ਨੇ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ। ਸੋ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਕਿਹਾ ਗਿਆ ਕਿ ਸਮਾਗਮ ਵਾਲੀ ਜਗ੍ਹਾ ਖੁੱਲੀ ਹੋਣੀ ਚਾਹੀਦੀ ਹੈ, ਜਿੱਥੇ ਸੋਸ਼ਲ ਡਿਸਟੈਂਸਿੰਗ ਰੱਖੀ ਜਾ ਸਕੇ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇੱਕ ਦੂਸਰੇ ਦੇ ਵਿੱਚ 2 ਮੀਟਰ ਦੀ ਸੋਸ਼ਲ ਡਿਸਟੈਂਸਿੰਗ ਹੋਣੀ ਜ਼ਰੂਰੀ ਹੈ। ਜਿਸ ਤਰ੍ਹਾਂ RCMP ਵੱਲੋਂ 10 ਜਾਣਿਆਂ ਦੀ ਇਕੱਠ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਸ ਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਇੱਕ ਜਾਣਾ ਜੇਕਰ ਸਮਾਗਮ ਛੱਡ ਕੇ ਚਲਾ ਜਾਵੇ ਤਾਂ ਉਸ ਦੀ ਜਗ੍ਹਾ ਤੇ ਦੂਸਰਾ ਆ ਜਾਵੇ। ਜੀ ਹਾਂ, ਜਿਸ ਦਾ ਮਤਲਬ ਹੈ ਕਿ ਕੋਈ ਕਿਸੇ ਦੀ ਜਗ੍ਹਾ ਦੇ ਉੱਪਰ ਰਿਪਲੇਸ ਨਹੀਂ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਹੈਂਡ ਸੈਨੀਟਾਈਜ਼ਰ ਦਾ ਖਾਸ ਤੌਰ ਦੇ ਉੱਪਰ ਪ੍ਰਬੰਧ ਕੀਤਾ ਜਾਵੇ। ਕੋਈ ਵੀ ਜਾਣਾ ਇੰਡੋਰ ਇਕੱਠਾ ਜਾਣੀ ਕਿ ਅੰਦਰ ਇਕੱਠਾ ਨਹੀਂ ਹੋ ਸਕਦਾ। ਅੰਦਰ ਸਿਰਫ ਵਾਸ਼ਰੂਮ ਇਸਤੇਮਾਲ ਕਰਨ ਦੇ ਵਾਸਤੇ ਹੀ ਜਾਇਆ ਜਾ ਸਕਦਾ ਹੈ। ਸਰੀ ਮਾਊਂਟੀਜ਼ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਇਸ ਮੌਕੇ ਦੇ ਉੱਪਰ ਨਿਗਰਾਨੀ ਕੀਤੀ ਜਾਵੇਗੀ। ਸਿਆਟਲ ਦੇ CEO ਵੱਲੋਂ ਇੱਕ ਐਗਜ਼ਾਮਪਲ ਜਾਣੀ ਕਿ ਮਿਸਾਲ ਕਾਇਮ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਆਪਣੇ EMPLOYEES ਦੀ ਘੱਟੋ-ਘੱਟ ਤਨਖਾਹ ਦੇ ਵਿੱਚ ਵਾਧਾ ਕੀਤਾ, ਜਾਣੀ ਕਿ ਉਸ ਨੂੰ $70,000 ਕੀਤਾ ਗਿਆ। ਆਪਣੀ ਜਿਹੜੀ ਤਨਖਾਹ ਸੀ ਉਸ ਨੂੰ ਹੋਲਡ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਨੇ ਇਹ ਦੱਸਿਆ ਕਿ 6 ਸਾਲਾਂ ਦੇ ਵਿੱਚ ਉਹਨਾਂ ਦੀ ਕੰਪਨੀ ਦਾ ਜਿਹੜਾ ਰੈਵਨਿਊ ਸੀ ਉਹ 3 ਗੁਣਾ ਵਧਿਆ ਹੈ। ਕਿਸ ਤਰ੍ਹਾਂ ਹੋਇਆ, ਦੱਸਾਂਗੇ ਇਸ ਖਬਰ ਦੇ ਵਿੱਚ। ਸਿਆਟਲ ਦਾ ਇੱਕ ਅਜਿਹਾ CEO ਜਿਸ ਨੇ ਆਪਣੀ ਤਨਖਾਹ ਕੱਟ ਕੇ ਆਪਣੀ ਕੰਪਨੀ ਦੇ EMPLOYEES ਨੂੰ ਜ਼ਿਆਦਾ ਤਨਖਾਹ ਦੇਣੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਉਹਨੂੰ ਮੁਨਾਫਾ ਹੀ ਮੁਨਾਫਾ ਹੋਇਆ। ਇਹ ਮੁਨਾਫਾ 1 ਗੁਣਾ ਨਹੀਂ, 2 ਗੁਣਾ ਨਹੀਂ, ਬਲਕਿ 3 ਗੁਣਾ ਹੋਇਆ ਹੈ। ਜੀ ਹਾਂ, ਸਿਆਟਲ ਦਾ ਇੱਕ ਅਜਿਹਾ CEO ਜਿਸ ਨੇ ਆਪਣੇ EMPLOYEES ਨੂੰ $70,000 ਘੱਟੋ ਘੱਟ ਤਨਖਾਹ ਦਿੱਤੀ ਅਤੇ ਉਸ ਨੂੰ 6 ਸਾਲਾਂ ਦੇ ਬਾਅਦ ਰੈਵਨਿਊ 3 ਗੁਣਾ ਵੱਧ ਮਿਲਿਆ। ਇਸ CEO ਨੇ ਆਪਣੀ ਸੈਲਰੀ ਜਾਣੀ ਕਿ ਤਨਖਾਹ ਨੂੰ ਰੋਕ ਕੇ EMPLOYEES ਨੂੰ ਸਾਲਾਨਾ $70,000 ਮਿਨੀਮਮ ਵੇਜ ਦਿੱਤੀ ਅਤੇ ਜਿਉਂ ਹੀ ਉਸਨੇ ਇਹ ਕਦਮ ਚੁੱਕਿਆ ਉਸ ਨੂੰ ਮੁਨਾਫਾ ਹੀ ਮੁਨਾਫਾ ਹੋਇਆ, ਜਾਣੀ ਕਿ ਉਸਦੀ ਕੰਪਨੀ ਦਾ ਰੈਵਨਿਊ 3 ਗੁਣਾ ਜ਼ਿਆਦਾ ਹੋ ਗਿਆ। ਉਸ ਵੱਲੋਂ ਟਵਿੱਟਰ ਦੇ ਉੱਪਰ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 6 ਸਾਲ ਪਹਿਲਾਂ ਉਸਨੇ ਕੰਪਨੀ ਦੀ ਮਿਨੀਮਮ ਵੇਜ $70,000 ਤੱਕ ਵਧਾਈ। ਉਸਨੇ ਕਿਹਾ ਕਿ ਸਾਨੂੰ ਲੋਕਾਂ ਤੇ ਇਨਵੈਸਟ ਕਰਨਾ ਚਾਹੀਦਾ ਹੈ। ਮੁਨਾਫਾ ਹੀ ਨਹੀਂ ਬਲਕਿ ਕੰਪਨੀ ਦੀ ਵਰਕਫੋਰਸ ਦੇ ਵਿੱਚ ਵੀ 70% ਵਾਧਾ ਦੇਖਿਆ ਗਿਆ। ਕੰਪਨੀ ਦਾ ਕਸਟਮਰ ਬੇਸ ਵੀ 2 ਗੁਣਾ ਵਧਿਆ। ਇਸ CEO ਵੱਲੋਂ ਕਈ ਇੰਟਰਵਿਊਜ਼ ਦਿੱਤੀਆਂ ਗਈਆਂ ਜਿਸ ਦੇ ਵਿੱਚ ਉਸਨੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਨਾਲ ਹੀ तमाम ਕੰਪਨੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ EMPLOYEES ਦੇ ਵਿੱਚ ਇਨਵੈਸਟ ਕਰਨ, ਕਿਉਂਕਿ ਇਸ ਦੇ ਨਾਲ ਕੰਪਨੀ ਨੂੰ ਹੀ ਮੁਨਾਫਾ ਹੁੰਦਾ ਹੈ।
ਇਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਿਆਟਲ ਦੇ ਵਿੱਚ ਉਸਨੇ 130 EMPLOYEES ਦੇ ਨਾਲ $70,000 ਘੱਟੋ-ਘੱਟ ਤਨਖਾਹ ਦੇ ਨਾਲ ਕੰਮ ਸ਼ੁਰੂ ਕੀਤਾ ਸੀ, ਜੋ ਕਿ ਬਹੁਤ ਸਹੀ ਚੱਲਿਆ ਤੇ ਉਸ ਨੂੰ ਕਾਫੀ ਜ਼ਿਆਦਾ ਪ੍ਰੋਫਿਟ ਹੋਇਆ। ਸਰੀ ਕਲੋਵਰਡੇਲ ਦੇ ਵਿੱਚ ਮਾਰਕੀਟ ਡੇਜ਼ ਨੂੰ ਇੱਕ ਵਾਰ ਫਿਰ ਤੋਂ ਰੱਦ ਕਰ ਦਿੱਤਾ ਗਿਆ। ਪਿਛਲੇ ਸਾਲ ਵੀ ਇਹ ਕਦਮ ਚੁੱਕਿਆ ਗਿਆ ਸੀ। ਕਰੋਨਾ ਵਾਇਰਸ ਦੇ ਚੱਲਦਿਆਂ ਉਮੀਦ ਕੀਤੀ ਜਾ ਰਹੀ ਹੈ ਕਿ 2022 ਦੇ ਵਿੱਚ ਇਹਨਾਂ ਮਾਰਕੀਟ ਡੇਜ਼ ਨੂੰ ਫਿਰ ਤੋਂ ਖੋਲ੍ਹਿਆ ਜਾਵੇਗਾ। ਕਲੋਵਰਡੇਲ ਦੇ ਵਿੱਚ ਇੱਕ ਵਾਰ ਫਿਰ ਤੋਂ ਮਾਰਕੀਟ ਡੇਜ਼ ਨੂੰ ਰੱਦ ਕਰ ਦਿੱਤਾ ਗਿਆ। ਜੀ ਹਾਂ, ਕਰੋਨਾ ਵਾਇਰਸ ਦੇ ਚੱਲਦਿਆਂ ਜਿਹੜੇ ਵੱਡੇ ਸਮਾਗਮ ਜਾਂ ਫਿਰ ਇਵੈਂਟ ਕਰਵਾਏ ਜਾਣੇ ਸੀ, ਉਹਨਾਂ ਨੂੰ ਰੱਦ ਕੀਤਾ ਗਿਆ। ਅਜਿਹਾ ਹੀ ਸਰੀ ਦੇ ਕਲੋਵਰਡੇਲ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਜੋ ਮਾਰਕੀਟ ਡੇਜ਼ ਲੱਗਦੇ ਸਨ ਉਸ ਨੂੰ ਕੈਂਸਲ ਕੀਤਾ ਗਿਆ। 2021 ਵਾਸਤੇ ਇਹ ਮਾਰਕੀਟ ਡੇਜ਼ ਨੂੰ ਕੈਂਸਲ ਕੀਤਾ ਗਿਆ ਹੈ। 2020 ਦੇ ਵਿੱਚ ਵੀ ਇਵੈਂਟ ਆਰਗੇਨਾਈਜ਼ਰਸ ਨੇ ਕਿਹਾ ਸੀ ਕਿ ਜੋ ਸ਼ਹਿਰ ਦੇ ਵਿੱਚ ਹਾਲਾਤ ਨੇ ਉਸ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਸਖਤ ਕਦਮ ਚੁੱਕਣਾ ਪੈ ਰਿਹਾ ਹੈ ਤੇ ਅਜਿਹਾ ਹੀ ਕਦਮ ਉਹਨਾਂ ਨੂੰ ਇਸ ਸਾਲ ਵੀ ਚੁੱਕਣਾ ਪਿਆ, ਕਿਉਂਕਿ ਲਗਾਤਾਰ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਕਰਕੇ ਸਰੀ ਕਲੋਵਰਡੇਲ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ। ਇਹਨਾਂ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਵੱਡਾ ਤੇ ਸਖਤ ਕਦਮ ਚੁੱਕਿਆ ਗਿਆ ਹੈ। ਇਹ ਅਪਡੇਟ ਕਲੋਵਰਡੇਲ ਆਰਟਸ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਦੀ ਵੈਬਸਾਈਟ ਦੇ ਉੱਪਰ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਕੋਈ ਵੀ ਵੱਡਾ ਇਕੱਠ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਰੋਨਾ ਵਾਇਰਸ ਦੇ ਫੈਲਾਅ ਦੇ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਨੇ। ਪਰ ਜੇਕਰ ਕੁਝ ਸਮੇਂ ਬਾਅਦ ਢਿੱਲ ਦਿੱਤੀ ਜਾਂਦੀ ਹੈ ਤਾਂ ਇੱਕ ਛੋਟਾ ਇਵੈਂਟ ਕਰਵਾਇਆ ਜਾ ਸਕੇਗਾ। ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਛੋਟਾ ਇਵੈਂਟ ਕਰਵਾਇਆ ਜਾ ਸਕਦਾ ਹੈ। ਕਲੋਵਰਡੇਲ ਮਾਰਕੀਟ ਡੇਜ਼ 2022 ਦੇ ਵਿੱਚ ਫਿਰ ਤੋਂ ਵੱਡੇ ਪੱਧਰ ਤੇ ਸ਼ੁਰੂ ਹੋਣਗੇ, ਇਸ ਦੀ ਉਮੀਦ ਕੀਤੀ ਜਾ ਰਹੀ ਹੈ। ਕਿਬੈਕ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਵੱਲੋਂ ਕਰੋਨਾ ਵਾਇਰਸ ਵੈਕਸੀਨ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਫਾਰਮੇਸੀ ਦੇ ਵਿੱਚ ਇਹ ਵੈਕਸੀਨ ਪਈਆਂ ਹੋਈਆਂ ਸਨ। ਪੁਲਿਸ ਵੱਲੋਂ ਇਸ ਮਾਮਲੇ 'ਚ ਪੜਤਾਲ ਕੀਤੀ ਜਾ ਰਹੀ ਹੈ, ਪਰ ਉਹਨਾਂ ਨੇ ਕੋਈ ਵੀ ਸਸਪੈਕਟ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਨਹੀਂ ਕੀਤੀ। ਉਹਨਾਂ ਵੱਲੋਂ ਸਿਰਫ ਇਹੀ ਦੱਸਿਆ ਗਿਆ ਕਿ ਵੈਕਸੀਨ ਸ਼ਾਟਸ ਜੋ ਇਸ ਫਾਰਮੇਸੀ ਦੇ ਵਿੱਚ ਪਏ ਸਨ ਉਹ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਨੇ। ਕਿਬੈਕ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਵੱਲੋਂ ਫਾਰਮੇਸੀ ਦੇ ਵਿੱਚ ਪਈਆਂ ਵੈਕਸੀਨ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਜਾਣਕਾਰੀ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਉੱਪਰ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਇਹ ਘਟਨਾ ਆਈਲੈਂਡ ਆਫ ਮੌਂਟਰੀਅਲ ਦੇ ਨੇੜੇ ਸਥਿਤ ਫਾਰਮੇਸੀ ਤੋਂ ਸਾਹਮਣੇ ਆਈ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਵਿਅਕਤੀ ਕਰੋਨਾ ਵਾਇਰਸ ਦੀਆਂ ਜਿਹੜੀਆਂ ਵੈਕਸੀਨ ਫਾਰਮੇਸੀ ਦੇ ਵਿੱਚ ਪਈਆਂ ਸਨ ਉਹਨਾਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਨਾਲ ਹੀ ਉਹਨਾਂ ਨੇ ਇਹ ਵੀ ਅਪਡੇਟ ਸਾਂਝੀ ਕੀਤੀ ਹੈ ਕਿ ਕਿਸੇ ਵੀ ਵੈਕਸੀਨ ਡੋਜ਼ ਨੂੰ ਨੁਕਸਾਨ ਨਹੀਂ ਪਹੁੰਚਿਆ। ਪੁਲਿਸ ਵੱਲੋਂ ਇਸ ਦੇ ਨਾਲ ਸੰਬੰਧਿਤ ਜ਼ਿਆਦਾ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਨਾ ਤੇ ਸਸਪੈਕਟ ਦਾ ਨਾਮ ਦੱਸਿਆ ਗਿਆ ਹੈ, ਨਾ ਹੀ ਉਸ ਦੇ ਬਾਰੇ ਕੋਈ ਹੋਰ ਜਾਣਕਾਰੀ ਜਾਂ ਫਿਰ ਉਸ ਦੀ ਫੋਟੋ ਸਾਂਝੀ ਕੀਤੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਫਿਲਹਾਲ ਅਸੀਂ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ, ਅਜੇ ਇਸ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਪੁਲਿਸ ਵੱਲੋਂ ਫੁਟੇਜ ਦੇ ਆਧਾਰ ਦੇ ਉੱਪਰ ਅਤੇ ਨਾਲ ਹੀ ਫਾਰਮੇਸੀ ਸਟਾਫ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜੋ ਇਸ ਦੇ ਨਾਲ ਸੰਬੰਧਿਤ ਸਵਾਲ ਨੇ ਉਹ ਪੁੱਛ ਕੇ ਪੜਤਾਲ ਕੀਤੀ ਜਾ ਰਹੀ ਹੈ। ਉਧਰ ਫਾਰਮੇਸੀ ਦੇ ਸਪੋਕਸਪਰਸਨ ਵੱਲੋਂ ਵੀ ਇਸ ਮਾਮਲੇ ਦੇ ਉੱਪਰ ਕੋਈ ਵੀ ਵਿਚਾਰ ਕਮੈਂਟ ਕਰਨ ਤੋਂ ਮਨਾ ਕਰ ਦਿੱਤਾ ਗਿਆ ਤੇ ਪੁਲਿਸ ਨੇ ਵੀ ਇਸ ਦੇ ਨਾਲ ਸੰਬੰਧਿਤ ਜ਼ਿਆਦਾ ਜਾਣਕਾਰੀ ਜਨਤਕ ਨਹੀਂ ਕੀਤੀ। ਨਾਲ ਹੀ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੈ ਤਾਂ ਪੁਲਿਸ ਦੇ ਨਾਲ ਰਾਬਤਾ ਕੀਤਾ ਜਾਵੇ ਤੇ ਉਹਨਾਂ ਨੂੰ ਦੱਸਿਆ ਜਾਵੇ। ਇਸ ਵਾਸਤੇ ਪੁਲਿਸ ਨੇ ਆਪਣਾ ਨੰਬਰ ਜਾਰੀ ਕੀਤਾ ਹੈ 180071111800। ਇਸ ਦੇ ਉੱਪਰ ਕਾਲ ਕਰਕੇ ਇਨਫੋਰਮੇਸ਼ਨ ਸਾਂਝੀ ਕੀਤੀ ਜਾ ਸਕਦੀ ਹੈ। ਕੈਨੇਡਾ ਨੂੰ ਪਹੁੰਚਣ ਵਾਲੀਆਂ ਵੈਕਸੀਨੇਸ਼ਨ ਦੇ ਬਾਰੇ ਵਿੱਚ ਜਾਣਕਾਰੀ ਅਨੀਤਾ ਆਨੰਦ ਪ੍ਰੋਕਿਉਰਮੈਂਟ ਮੰਤਰੀ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਮੋਡਰਨਾ ਵੈਕਸੀਨ ਕੈਨੇਡਾ ਨੂੰ ਘੱਟ ਪਹੁੰਚੇਗੀ। ਜਿੰਨੀ ਵੈਕਸੀਨ ਪਹੁੰਚਾਈ ਜਾਣੀ ਸੀ ਉਸ ਨਾਲੋਂ ਅੱਧੀ ਵੈਕਸੀਨ ਡੋਜ਼ਸ ਭੇਜੀਆਂ ਜਾਣਗੀਆਂ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਅਪਡੇਟ ਸਮੇਂ-ਸਮੇਂ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ। ਜੋ ਇਸ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਅਪ੍ਰੈਲ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਕੈਨੇਡਾ ਨੂੰ ਮੋਡਰਨਾ ਵੈਕਸੀਨ ਘੱਟ ਮਿਲਣਗੀਆਂ, ਜਿਸ ਦਾ ਮਤਲਬ ਹੈ ਕਿ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਮੋਡਰਨਾ ਵੈਕਸੀਨ ਦੀ ਸਪਲਾਈ ਆਉਣੀ ਸੀ ਉਹ ਪਹਿਲਾਂ ਦੀਆਂ ਡੋਜ਼ਸ ਦੇ ਨਾਲੋਂ ਅੱਧੀ ਹੋਵੇਗੀ। ਇਸ ਦੀ ਜਾਣਕਾਰੀ ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਹ ਜੋ ਮੋਡਰਨਾ ਵੈਕਸੀਨ ਦੀਆਂ ਡੋਜ਼ਸ ਨੇ ਉਹ ਪਹਿਲਾਂ ਨਾਲੋਂ ਅੱਧੀਆਂ ਆਉਣਗੀਆਂ। ਦੱਸ ਦਈਏ ਕਿ ਮਹੀਨੇ ਦੇ ਆਖਿਰ ਤੱਕ ਕੈਨੇਡਾ ਨੂੰ 1.2 ਮਿਲੀਅਨ ਡੋਜ਼ਸ ਪਹੁੰਚਣੀਆਂ ਸੀ, ਜਿਸ ਦੀ ਬਜਾਏ ਹੁਣ 6,50,000 ਡੋਜ਼ਸ ਹੀ ਪਹੁੰਚਾਈਆਂ ਜਾਣਗੀਆਂ। ਜੋ ਸਪਲਾਈ ਦੇ ਵਿੱਚ ਕਮੀ ਆ ਰਹੀ ਹੈ ਇਸ ਦਾ ਕਾਰਨ ਮੈਨੂਫੈਕਚਰਿੰਗ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਨੀਤਾ ਆਨੰਦ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ
ਕਿ ਸੈਕੰਡ ਕੁਆਰਟਰ ਦੇ ਵਿੱਚ ਡਿਲੀਵਰੀ ਦੇ ਲਈ ਜਿਹੜੀਆਂ 12.3 ਮਿਲੀਅਨ ਡੋਜ਼ਸ ਭੇਜੀਆਂ ਜਾਣੀਆਂ ਸੀ ਉਸ ਦੇ ਵਿੱਚ ਥਰਡ ਕੁਆਰਟਰ ਤੱਕ ਦੇਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਫੈਡਰਲ ਸਰਕਾਰ ਵੱਲੋਂ ਲਗਾਤਾਰ ਫਾਰਮਾਸਿਊਟੀਕਲ ਕੰਪਨੀ ਮੋਡਰਨਾ ਦੇ ਨਾਲ ਵੈਕਸੀਨੇਸ਼ਨ ਡੋਜ਼ੀ ਦੇ ਨਾਲ ਸੰਬੰਧਿਤ ਗੱਲਬਾਤ ਕੀਤੀ ਜਾ ਰਹੀ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕੋਵਿਡ-19 ਦੇ ਜੋ ਲਗਾਤਾਰ ਵੱਧ ਰਹੇ ਮਾਮਲੇ ਨੇ ਜਾਣੀ ਕਿ ਕਰੋਨਾ ਵੇਰੀਐਂਟ ਦੇ ਵੱਧ ਰਹੇ ਮਾਮਲੇ ਨੇ ਇਸ ਦੇ ਬਾਰੇ ਜੋ ਨਿਯਮ ਲਾਗੂ ਕੀਤੇ ਗਏ ਉਹਨਾਂ ਦੀ ਸਖਤੀ ਦੇ ਨਾਲ ਪਾਲਣਾ ਕਰਨ ਦੇ ਲਈ ਵੀ ਕਿਹਾ ਗਿਆ ਹੈ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਆਪਣਾ ਨਵਾਂ ਡਰਾਅ ਕੱਢਿਆ ਗਿਆ। ਇਹ ਡਰਾਅ ਜਿਹੜਾ ਹੈ ਅਪ੍ਰੈਲ 15 ਨੂੰ ਐਲਾਨ ਕੀਤਾ ਗਿਆ ਜਿਸ ਦੇ ਤਹਿਤ 156 ਇਨਵੀਟੇਸ਼ਨ ਜਾਰੀ ਕੀਤੇ ਗਏ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਆਪਣੀ ਨਵੀਂ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ 156 ਇਮੀਗ੍ਰੈਂਟ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਇਹ ਡਰਾਅ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਅਪ੍ਰੈਲ 15 ਨੂੰ ਐਲਾਨ ਕੀਤਾ ਗਿਆ। ਇਸ ਡਰਾਅ ਦੇ ਵਿੱਚ 156 ਇਨਵੀਟੇਸ਼ਨ ਪ੍ਰਿੰਸ ਐਡਵਰਡ ਆਈਲੈਂਡ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ ਜਾਰੀ ਕੀਤੇ ਗਏ। ਇਸ ਦੇ ਵਿੱਚੋਂ ਜ਼ਿਆਦਾਤਰ ਜਾਣੀ ਕਿ 140 ਸੱਦੇ ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਕੈਂਡੀਡੇਟਸ ਨੂੰ ਦਿੱਤੇ ਗਏ। ਇਨ੍ਹਾਂ ਚੋਂ 16 ਇਨਵੀਟੇਸ਼ਨ ਉਹਨਾਂ ਨੂੰ ਗਏ ਜਿਹੜੇ ਬਿਜ਼ਨਸ ਇੰਪੈਕਟ ਕੈਂਡੀਡੇਟ ਸਨ। ਇਸ ਦੇ ਵਾਸਤੇ ਉਮੀਦਵਾਰਾਂ ਨੂੰ 75 ਪੁਆਇੰਟਸ ਦੀ ਜ਼ਰੂਰਤ ਸੀ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਵਿੱਚ ਕੈਨੇਡਾ ਦੇ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਇਹ ਮੌਕਾ ਮਿਲਦਾ ਹੈ ਕਿ ਉਹਨਾਂ ਕੈਂਡੀਡੇਟਸ ਜਾਣੀ ਉਮੀਦਵਾਰਾਂ ਦੀ ਚੋਣ ਕੀਤੀ ਜਾਵੇ ਜਿਨ੍ਹਾਂ ਵੱਲੋਂ ਲੇਬਰ ਮਾਰਕੀਟ ਨੀਡਸ ਨੂੰ ਪੂਰਾ ਕੀਤਾ ਜਾਂਦਾ ਹੈ। ਕਰੋਨਾ ਵਾਇਰਸ ਦੇ ਚੱਲਦਿਆਂ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦਾ ਅਸਰ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਜਿੱਥੇ ਪਾਬੰਦੀਆਂ ਦੇ ਕਰਕੇ ਘੱਟ ਇਮੀਗ੍ਰੈਂਟਸ ਆਏ ਜਾਣੀ ਕਿ ਇੱਥੇ ਵੀ ਇਮੀਗ੍ਰੇਸ਼ਨ ਦਾ ਪੱਧਰ ਹੇਠਾਂ ਰਿਹਾ। ਇਸ ਦੇ ਕਰਕੇ 2021 ਦੇ ਵਾਸਤੇ ਇਮੀਗ੍ਰੇਸ਼ਨ ਵਿਭਾਗ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ ਤਾਂ ਕਿ ਆਪਣਾ ਜੋ ਉਹਨਾਂ ਵੱਲੋਂ ਟੀਚਾ ਮਿੱਥਿਆ ਗਿਆ ਉਸ ਨੂੰ ਪੂਰਾ ਕੀਤਾ ਜਾਵੇ। PNP ਦੇ ਤਹਿਤ ਕੈਨੇਡਾ ਵੱਲੋਂ ਇਹ ਟਾਰਗੇਟ ਰੱਖਿਆ ਗਿਆ ਕਿ 80,800 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇ। ਸਰੀ ਦੇ ਵਿੱਚ 26 ਅਪ੍ਰੈਲ ਨੂੰ ਭਾਰਤ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਮਤਾ ਲਿਆਂਦਾ ਜਾਵੇਗਾ। ਇਸ ਨੂੰ ਪਾਸ ਕਰਾਉਣ ਦੇ ਲਈ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਹਮਾਇਤ ਦਿਖਾਉਣ। ਦੱਸ ਦਈਏ ਕਿ ਪਹਿਲਾਂ ਇਹ ਮਤਾ ਜਿਹੜਾ ਹੈ ਵਿਸਾਖੀ ਤੋਂ ਪਹਿਲਾਂ ਲਿਆਂਦਾ ਤੇ ਪਾਸ ਕੀਤਾ ਜਾਣਾ ਸੀ ਪਰ ਕੁਝ ਕਾਰਨਾਂ ਦੇ ਕਰਕੇ ਇਹ ਨਹੀਂ ਹੋ ਸਕਿਆ ਜਿਸ ਦੇ ਚੱਲਦਿਆਂ ਹੁਣ ਜਿਹੜਾ ਹੈ 26 ਅਪ੍ਰੈਲ ਦਾ ਸਮਾਂ ਤੈਅ ਕੀਤਾ ਗਿਆ। ਸਰੀ ਦੇ ਵਿੱਚ ਵਿਸਾਖੀ ਤੋਂ ਪਹਿਲਾਂ ਕਿਸਾਨਾਂ ਦੇ ਪੱਖ ਦੇ ਵਿੱਚ ਇੱਕ ਮਤਾ ਪਾਸ ਕੀਤਾ ਜਾਣਾ ਸੀ ਜਿਸ ਦੀ ਹੁਣ ਤਰੀਕ ਅੱਗੇ ਪੈ ਗਈ ਹੈ। ਇਹ ਹੁਣ ਜਿਹੜਾ ਮਤਾ ਹੈ ਇਸ ਨੂੰ 26 ਅਪ੍ਰੈਲ ਨੂੰ ਲੈ ਕੇ ਆਂਦਾ ਜਾਵੇਗਾ। ਇਹ ਮਤਾ ਸਰੀ ਦੇ ਮੇਅਰ ਡਗ ਮੈਕਕੈਲਮ ਵੱਲੋਂ ਲਿਆਂਦਾ ਜਾਣਾ ਹੈ ਜਿੱਥੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਹੈ ਕਿ ਸਰੀ ਵਾਸੀ ਕਿਸਾਨਾਂ ਦੇ ਨਾਲ ਆਪਣੀ ਸਪੋਰਟ ਦਿਖਾਉਣ ਅਤੇ ਇਸ ਮਤੇ ਨੂੰ ਵੱਡੀ ਗਿਣਤੀ ਦੀਆਂ ਵੋਟਾਂ ਦੇ ਨਾਲ ਪਾਸ ਕੀਤਾ ਜਾਵੇ। ਪਿਛਲੀ ਵਾਰ ਜੋ ਇਸ ਮਤੇ ਨੂੰ ਪਾਸ ਕਰਨ ਦੀ ਤਾਰੀਖ ਰੱਖੀ ਗਈ ਸੀ ਉਸ ਨੂੰ ਅੱਗੇ ਇਸ ਕਰਕੇ ਪਾਇਆ ਗਿਆ ਕਿਉਂਕਿ ਕੌਂਸਲਰ ਬ੍ਰੈਂਡਾ ਦੀ ਇਸ ਨੂੰ ਸਪੋਰਟ ਨਹੀਂ ਮਿਲ ਸਕੀ। ਉਹਨਾਂ ਵੱਲੋਂ ਕਿਹਾ ਗਿਆ ਸੀ ਇਹ ਇੱਕ ਸਿਰਫ ਮੋਸ਼ਨ ਦਾ ਨੋਟਿਸ ਹੈ। ਇਸ ਬਾਰੇ ਉਹਨਾਂ ਨੇ ਕਿਹਾ ਸੀ ਕਿ ਸਰੀ ਦੇ ਲੋਕਾਂ ਦੇ ਵਾਸਤੇ ਇਹ ਕਿਸਾਨ ਅੰਦੋਲਨ ਕਾਫੀ ਵੱਡਾ ਮੁੱਦਾ ਹੈ। ਮੈਂ ਖੁਦ ਵੀ ਪੰਜਾਬ ਦੇ ਵਿੱਚ ਗਈ ਹਾਂ। ਮੈਂ ਜਾਣਦੀ ਹਾਂ ਕਿ ਜਿਹੜੇ ਭਾਰਤ ਦੇ ਕਿਸਾਨ ਨੇ ਕਿੰਨੀ ਕੜੀ ਮਿਹਨਤ ਕਰਦੇ ਹਨ। ਉਹਨਾਂ ਨੇ ਕਿਹਾ ਸੀ ਕਿ ਇਸ ਨੂੰ ਰਿਵਿਊ ਕੀਤਾ ਜਾਵੇ। ਦੱਸ ਦਈਏ ਕਿ ਅਪ੍ਰੈਲ 6 ਨੂੰ ਸਰੀ ਦੇ ਮੇਅਰ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਸੀ ਜਿੱਥੇ ਉਹਨਾਂ ਨੇ ਦੱਸਿਆ ਸੀ ਕਿ ਸਰੀ ਦੇ ਵਿੱਚ ਰਹਿਣ ਵਾਲਿਆਂ ਦੇ ਵੱਡੀ ਗਿਣਤੀ ਦੇ ਵਿੱਚ ਰਿਸ਼ਤੇਦਾਰ ਅਤੇ ਪਰਿਵਾਰ ਪੰਜਾਬ ਦੇ ਵਿੱਚ ਰਹਿੰਦੇ ਨੇ ਜਿਸ ਦੇ ਚੱਲਦਿਆਂ ਮੈਂ ਚਾਹੁੰਦਾ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਇਸ ਮਤੇ ਨੂੰ ਪਾਸ ਕੀਤਾ ਜਾਵੇ ਜੋ ਕਿ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਲੈ ਕੇ ਆਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਅਮਰੀਕਾ ਦੇ ਵਿੱਚ ਹਥਿਆਰਾਂ ਦੀ ਸਖਤੀ ਦੇ ਐਲਾਨ ਬਾਅਦ ਵੀ ਚੱਲੀ ਗੋਲੀ। ਇੰਡੀਆਨਾ ਪੁਲਿਸ ਦੇ ਵਿੱਚ ਗੋਲੀਬਾਰੀ ਦੇ ਕਾਰਨ 8 ਜਣਿਆਂ ਦੀ ਹੋਈ ਮੌਤ। ਓਨਟਾਰੀਓ ਦੇ ਕਰੋਨਾ ਬਾਰੇ ਵਿਗੜੇ ਹਾਲਾਤ, ਫੋਰਡ ਨੇ ਬਾਕੀ ਸੂਬਿਆਂ ਤੋਂ ਮੰਗੀ ਮਦਦ, ਨਾਲ ਹੀ ਓਨਟਾਰੀਓ ਦੇ ਵਿੱਚ ਲੱਗੀਆਂ ਹੋਰ ਪਾਬੰਦੀਆਂ। ਟਰੂਡੋ ਨੂੰ ਕਰੋਨਾ ਵਾਇਰਸ ਦੀ ਵਧੀ ਚਿੰਤਾ, ਓਨਟਾਰੀਓ ਦੇ ਹਾਲਾਤਾਂ ਦੇ ਉੱਪਰ ਪ੍ਰਗਟਾਈ ਚਿੰਤਾ। ਟੈਕਸ ਭਰਨ ਦੀ ਆਖਰੀ ਤਾਰੀਖ ਵਧਾਏ ਜਾਣ ਦੀ ਉਮੀਦ, ਵਿਰੋਧੀ ਕਰ ਰਹੇ ਇਸ ਬਾਰੇ ਸਰਕਾਰ ਤੋਂ ਮੰਗ। ਕੈਨੇਡਾ ਆਉਣ ਵਾਲੇ 200 ਯਾਤਰੀਆਂ ਨੂੰ ਲੱਗਾ ਜੁਰਮਾਨਾ, ਹੋਟਲ ਕੁਆਰੰਟੀਨ ਤੋਂ ਮਨਾ ਕਰਨ ਤੇ ਲੱਗਾ ਜੁਰਮਾਨਾ। ਸਰੀ ਦੇ ਵਿੱਚ ਵਿਸਾਖੀ ਦੇ ਲਈ ਹਦਾਇਤਾਂ ਜਾਰੀ, ਜਾਣੋ ਕੀ ਹੋਣਗੇ ਇਸ ਵਾਸਤੇ ਨਿਯਮ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।